क्या बना सकते हैं। तो जैसे हमने यहाँ पर एक सालन बनाया, रागी का सालन बनाया हमने। फिर हमने यहाँ पे एक सावा बताना ये चाह रहे हैं कि आयुर्वेदिक सेल्फी पॉइंट डॉक्टर हम डिस्ट्रिक्ट मोहाली से मिलेट यानी कि मोटे अनाज, मूल अनाज, ज्वार, बाजरा, कोदरा, कंगनी, रागी, कुटकी, स्वांक, हरी कंगनी, चीना, ਇਹ 9 ਮਿਲਟ ਮੁੱਖ ਰੂਪ ਨੇ। ਆਪਾਂ ਇਹਨਾਂ ਨੂੰ ਮੋਟੇ ਅਨਾਜ ਦੇ ਨਾਮ ਨਾਲ ਜਾਣਦੇ ਆ। ਬਾਬੇ ਨਾਨਕ ਨੇ ਵੀ ਭਾਈ ਲਾਲੋ ਦੇ ਘਰ ਮਿਲਟ ਹੀ ਖਾਧਾ ਸੀ, ਕੋਦਰਾ ਖਾਧਾ ਸੀ। ਔਰ ਕੋਦਰਾ ਯਾਨੀ ਕਿ ਉਹ ਅਨਾਜ ਜਿਹੜੇ ਨੇ ਜਿਹੜੇ ਬਹੁਤ ਘੱਟ ਪਾਣੀ 'ਚ ਬਿਨਾਂ ਰੇ ਸਪਰੇ ਦੇ ਉਗਦੇ ਨੇ, ਸਿਹਤ ਲਈ ਬੜੇ ਫਾਇਦੇਮੰਦ ਨੇ, ਧਰਤੀ ਦੀ ਵੀ ਸਿਹਤ ਬਣਾਉਂਦੇ ਨੇ, ਜਿਹੜਾ ਖਾਂਦਾ ਉਹਦੀ ਵੀ ਸਿਹਤ ਬਣਾਉਂਦੇ ਨੇ। ਔਰ ਸਰਕਾਰ ਤੇ ਕੋਈ ਬੋਝ ਵੀ ਨਹੀਂ ਪਾਉਂਦੇ ਕਿਸੇ ਸਬਸਿਡੀ ਦਾ। ਇਹ ਮਿਲਟ ਮੇਲਾ ਡਿਪਾਰਟਮੈਂਟ ਆਫ ਹੈਲਥ, FSSAI ਦੀ ਸਪੋਰਟ ਦੇ ਨਾਲ ਤੇ ਖੇਤੀ ਵਿਰਸਾ ਮਿਸ਼ਨ ਦੀ ਕੋਲੈਬੋਰੇਸ਼ਨ ਦੇ ਨਾਲ ਅੱਜ ਮੋਹਾਲੀ ਦੇ ਸ਼ਿਵਾਲਿਕ ਪਬਲਿਕ ਸਕੂਲ 'ਚ ਪ੍ਰੋਗਰਾਮ ਹੋ ਰਿਹਾ। ਸਾਡੇ ਨਾਲ ਡਿਸਟ੍ਰਿਕਟ ਹੈਲਥ ਆਫਿਸਰ ਸਾਹਿਬ ਵੀ ਹੈਗੇ ਨੇ। ਔਰ ਇੱਥੇ ਸਹੀ ਖਾਓ ਔਰ ਸਹੀ ਸਿਹਤ ਪਾਓ, ਇਹ ਆਧਾਰ ਹੈ ਕਿ ਭੋਜਨ ਹੀ ਤੁਹਾਡੀ ਸਿਹਤ ਦਾ ਆਧਾਰ ਹੈ। ਇਸ ਫਲਸਫੇ ਦੇ ਨਾਲ ਅੱਜ ਦਾ ਪ੍ਰੋਗਰਾਮ ਹੋ ਰਿਹਾ। ਕਿਸਾਨ ਆ ਰਹੇ ਨੇ, ਪੰਜਾਬ 'ਚ ਮਿਲਟ ਉਗਣੇ ਸ਼ੁਰੂ ਹੋਣ, ਪੰਜਾਬ ਦਾ ਪਾਣੀ ਬਚੇ ਔਰ ਪੰਜਾਬ ਦੇ ਵਿੱਚ ਲੋਕਾਂ ਦੀ ਸਿਹਤ ਠੀਕ ਹੋਵੇ, ਇਸ ਉਦੇਸ਼ ਦੇ ਨਾਲ ਇਹ ਜਿਹੜਾ ਈਟ ਰਾਈਟ ਮਿਲਟ ਮੇਲਾ ਅੱਜ ਇੱਥੇ ਹੋ ਰਿਹਾ। ਇਹਦੇ 'ਚ ਕੁਲਤਾਰ ਸਿੰਘ ਸੰਧਵਾ ਮਾਨਯੋਗ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਡਾਕਟਰ ਬਲਬੀਰ ਸਿੰਘ ਮਾਨਯੋਗ ਸਿਹਤ ਮੰਤਰੀ ਪੰਜਾਬ ਉਹ ਆ ਰਹੇ ਨੇ ਖਾਸ ਤੌਰ 'ਤੇ। ਅਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇੱਕ ਮਿਲਟ ਇਨਕਲਾਬ ਦਾ ਆਗਾਜ਼ ਅੱਜ ਤੋਂ ਹੋ ਰਿਹਾ। ਵੈਸੇ ਵੀ 2023 ਇੰਟਰਨੈਸ਼ਨਲ ਮਿਲਟ ਈਅਰ ਹੈ ਔਰ ਇੰਟਰਨੈਸ਼ਨਲ ਮਿਲਟ ਈਅਰ ਦੇ ਪ੍ਰਸੰਗ ਦੇ ਵਿੱਚ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਇਹ ਮੇਲਾ ਆਯੋਜਿਤ ਹੋਣਾ ਇੱਕ ਬਹੁਤ ਅੱਛੀ ਸ਼ੁਰੂਆਤ ਹੈ। ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕੀ ਹੋਰ ਸਿਹਤਮੰਦ ਹੋਣਗੇ, ਜ਼ਹਿਰ ਮੁਕਤ ਪੰਜਾਬ ਦੀ ਖੇਤੀ ਹੋਏਗੀ, ਜ਼ਹਿਰ ਮੁਕਤ ਖੁਰਾਕ ਹੋਏਗੀ ਅਤੇ ਪੰਜਾਬ ਸਿਹਤ ਮਿਸ਼ਨ ਦਾ ਕਾਰਜਕਾਰੀ ਨਿਰਦੇਸ਼ਕ ਹਾਂ। ਪ੍ਰਧਾਨ ਮੰਤਰੀ ਮੋਦੀ ਜੀ ਨੇ ਇੰਟਰਨੈਸ਼ਨਲ ਮਿਲਟ ਈਅਰ ਮਨਾਉਣ ਦਾ ਜਿਹੜਾ ਹੈਗਾ ਪ੍ਰਸਤਾਵ ਉਹ UN ਨੂੰ ਭੇਜਿਆ ਸੀ ਔਰ 70 ਤੋਂ ਵੱਧ ਦੇਸ਼ਾਂ ਨੇ ਉਹਦਾ ਸਮਰਥਨ ਕੀਤਾ। ਮੋਦੀ ਜੀ ਨੇ ਪੂਰੀ ਜਗ੍ਹਾ, ਪੂਰੀ ਦੁਨੀਆ 'ਚ ਕਿਤੇ ਵੀ ਉਹ ਜਾ ਰਹੇ, ਇੰਟਰਨੈਸ਼ਨਲ ਮੀਟਿੰਗ 'ਚ ਜਾ ਰਹੇ ਨੇ, ਉੱਥੇ ਲੋਕਾਂ ਨੂੰ ਮਿਲਟ ਖਵਾ ਰਹੇ ਨੇ, ਮਿਲਟ ਦੀ ਗੱਲ ਕਰ ਰਹੇ ਨੇ। ਇੱਥੇ ਤੱਕ ਕਿ ਜਦੋਂ UN ਸਿਕਿਉਰਿਟੀ ਕਾਊਂਸਲ ਦੇ ਵਿੱਚ ਸਾਡੇ ਵਿਦੇਸ਼ ਮੰਤਰੀ S ਜੈਸ਼ੰਕਰ ਗੱਲਬਾਤ ਕਰ ਰਹੇ ਸੀ ਕਸ਼ਮੀਰ ਦੇ ਮੁੱਦੇ 'ਤੇ, ਹੋਰ ਮੁੱਦਿਆਂ ਦੇ ਉੱਤੇ, ਤਾਂ S ਜੈਸ਼ੰਕਰ ਨੇ ਉਹ ਸਾਰਾ ਗੱਲਬਾਤ ਕਰਨ ਤੋਂ ਬਾਅਦ ਲੋਕਾਂ ਨੂੰ ਸੱਦਾ ਦਿੱਤਾ ਜਿਹੜੇ UN ਸਿਕਿਉਰਿਟੀ ਕਾਊਂਸਲ ਦੇ ਮੈਂਬਰ ਦੇਸ਼ ਸੀ ਕਿ ਆਓ ਮਿਲਟ ਦਾ ਲੰਚ ਕਰਵਾਈਏ ਤੁਹਾਨੂੰ। ਇਸ ਸਾਲ G20 ਭਾਰਤ ਵਿੱਚ ਹੈ, ਭਾਰਤ G20 ਦਾ ਚੇਅਰਮੈਨ ਹੈ ਔਰ G20 ਦੇ ਜਿੰਨੀਆਂ ਮੀਟਿੰਗਾਂ ਨੇ ਸਾਰਿਆਂ 'ਚ ਮਿਲਟ ਦਾ ਲੰਚ ਹੋਣ ਵਾਲਾ, ਮਿਲਟ ਦਾ ਹੀ ਭੋਜਨ ਮਿਲਣ ਵਾਲਾ ਹੈਗਾ। ਪੰਜਾਬ 'ਚ ਕੀ ਫਾਇਦਾ ਹੈ? ਪੰਜਾਬ ਦਾ ਅਗਰ ਪਾਣੀ ਬਚਾਉਣਾ ਹੈ, ਪੰਜਾਬੀਆਂ ਦੀ ਸਿਹਤ ਬਚਾਉਣੀ ਹੈ ਤੇ ਪੰਜਾਬ ਨੂੰ ਮਿਲਟ ਵੱਲ ਲੱਗਣਾ ਹੀ ਪਏਗਾ। ਪੰਜਾਬ ਦਾ ਪਾਣੀ ਜਿੰਨਾ ਪੱਧਰ ਥੱਲੇ ਚਲਾ ਗਿਆ, ਉਸ ਤੋਂ ਬਚਣ ਦਾ ਇੱਕੋ ਤਰੀਕਾ ਹੈ कि पंजाबी मिलट उगाना शुरू करन और मिलट खाना शुरू करें। 9th स्टैंडर्ड पढ़ती हूँ। आज हम मिलट मेला में आए हैं और अभी हमें पता चला है मिलट के बारे में। मिलट जैसे बाजी, ज्वार, रागी, ये सब बहुत हेल्दी होते हैं इंसानों के लिए। और जैसे कि आने वाले समय में पानी की बहुत ज़्यादा किल्लत होने वाली है और तब इसकी प्रोडक्शन बहुत ज़्यादा बढ़ सकती है क्योंकि इन्हें पानी बहुत ज़्यादा कम चाहिए होता है, बहुत ज़्यादा हेल्दी होते हैं, इन पर सब्सिडी की प्रॉब्लम भी नहीं लगती और इन्हें बेचना भी बहुत ज़्यादा। पहुँचे हूँ इस प्रोग्राम को मैं देख रही हूँ तो इतने की कुछ देखो ये जो प्रोग्राम है ना, ये ਜਿਹੜੀਆਂ ਸਾਡੀਆਂ ਜੇ ਅੱਜ ਦੀਆਂ ਸਭ ਤੋਂ ਵੱਡੀ ਆਪਾਂ ਸਮੱਸਿਆ ਦੀ ਗੱਲ ਕਰੀਏ, ਚਾਹੇ ਉਹ ਪਾਣੀ ਦਾ ਕ੍ਰਾਈਸਿਸ ਹੈ, এনवायरमेंटल ਕ੍ਰਾਈਸਿਸ ਹੈ ਜਾਂ ਹੈਲਥ ਕ੍ਰਾਈਸਿਸ ਹੈ। ਤੁਸੀਂ ਦੇਖ ਰਹੇ ਹੋ ਕਿ ਜਿਹੜੇ ਸਾਡੇ ਹਸਪੀਟਲ ਆ ਉਹ ਡਾਇਲਿਸਿਸ ਦੇ ਪੇਸ਼ੈਂਟ ਨਾਲ ਭਰੇ ਪਏ ਆ। ਉਹਦਾ ਕਾਰਨ ਕੀ ਹੈ ਕਿ ਜਿਹੜੀ ਅਨਡਾਇਗਨੋਜ਼ਡ, ਅਨਟ੍ਰੀਟਡ ਬਲੱਡ ਪ੍ਰੈਸ਼ਰ, ਸ਼ੂਗਰ, ਹਾਈਪਰਟੈਂਸ਼ਨ ਜਿਹੜੀਆਂ ਬਿਮਾਰੀਆਂ ਹੈਗੀਆਂ। ਸੋ ਜੇ ਆਪਾਂ ਮਿਲਟਸ ਜਿਹੜੀਆਂ ਸਾਡੀਆਂ, ਇਹ ਕੋਈ ਨਵੀਂ ਚੀਜ਼ ਨਹੀਂ ਹੈ। ਇਹ ਪਹਿਲਾਂ ਇਹੀ ਹੁੰਦੀ ਸੀ, ਜਦੋਂ ਮੈਨੂੰ ਯਾਦ ਆ ਆਪਣੇ ਬਚਪਨ 'ਚ ਸਾਡੇ ਅਸੀਂ ਇਹੀ ਖਾਂਦੇ ਹੁੰਦੇ ਸੀ। ਇਹਨੂੰ ਮੋਟਾ ਅਨਾਜ ਵੀ ਕਹਿ ਦਿੰਦੇ ਆ। ਸੋ ਜੇ ਆਪਾਂ ਇਹ ਮੋਟਾ ਅਨਾਜ ਖਾਵਾਂਗੇ
ਔਰ ਆਪਣਾ ਜਿਸ ਤਰ੍ਹਾਂ ਪਹਿਲਾਂ ਲੋਕ ਦਸਾਂ ਨੌਂ ਦੀ ਕਿਰਤ ਜਿਹਨੂੰ ਅਸੀਂ ਕਹਿੰਦੇ ਸੀ, ਜਿਹੜੇ ਸਾਨੂੰ ਬਾਬੇ ਨਾਨਕ ਨੇ ਸਿਖਾਈ ਸੀ, ਜੇ ਆਪਣਾ ਕੰਮ ਕਰਨਗੇ, ਜਿਵੇਂ ਪਹਿਲਾਂ ਸਾਡੇ ਬਜ਼ੁਰਗ ਖੇਤਾਂ 'ਚ ਕੰਮ ਕਰਦੇ ਸੀ ਜਾਂ ਫਿਜ਼ੀਕਲ ਐਕਟੀਵਿਟੀ ਕਰਨਗੇ ਕੋਈ ਵੀ, ਸੋ ਇਹ ਇੱਕ ਲਾਈਫ ਸਟਾਈਲ ਦਾ ਜਿਹੜਾ ਹੈਗਾ ਉਹਨੂੰ ਸਾਡੇ ਜਿਹੜੀਆਂ ਜ਼ਿਆਦਾਤਰ ਪ੍ਰੋਬਲਮ ਹੈ ਉਹ ਜਾਂ ਤਾਂ ਉਹਨੂੰ ਅਸੀਂ ਲਾਈਫ ਸਟਾਈਲ ਡਿਸਆਰਡਰ ਕਹਿੰਦੇ ਆ, ਜਾਂ ਉਹ ਵੈਕਟਰ ਬੋਰਨ ਡਿਜ਼ੀਜ਼ਸ ਹੈ, ਜਾਂ ਪੋਲਿਊਟਡ 에ਅਰ ਔਰ ਪੋਲਿਊਟਡ ਵਾਟਰ ਕਰਕੇ ਹੈਗੀਆਂ। ਤੇ ਅਸੀਂ ਸਾਰਾ ਆਪਣਾ ਪਾਣੀ ਵੀ ਖਰਾਬ ਕਰ ਲਿਆ, ਆਪਣੀ ਸਿਹਤ ਵੀ ਖਰਾਬ ਕਰ ਲਈ। ਤੇ ਜੇ ਅਸੀਂ ਮਿਲਟਸ ਦਾ ਮਤਲਬ ਵਾਪਸ ਜਾਵਾਂਗੇ, ਮਿਲਟਸ ਵੱਲ ਅਸੀਂ ਦੁਬਾਰਾ ਤੋਂ ਮੋਟੇ ਅਨਾਜਾਂ ਵੱਲ ਜਾਵਾਂਗੇ, ਸਾਡਾ ਵਾਤਾਵਰਣ ਵੀ ਬਚੇਗਾ, ਸਾਡੀ ਸਿਹਤ ਵੀ ਠੀਕ ਹੋਏਗੀ, ਔਰ ਸਾਡੀ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਉਹਨਾਂ ਵਾਸਤੇ ਵੀ ਜਿਹੜਾ ਪੰਜਾਬ ਹੈ ਉਹਨਾਂ ਲਈ ਅਸੀਂ ਜਿਉਣ ਜੋਗਾ ਪੰਜਾਬ ਵੀ ਛੱਡ ਜਾਵਾਂਗੇ। ਸਰ ਇਸ ਦੇ ਵਿੱਚ ਕਿਵੇਂ ਰਿਕਵਰੀ ਹੋਏਗੀ, ਕਿਉਂਕਿ ਲਗਾਤਾਰ ਮਿਲਕ ਦੀਆਂ ਵੱਡੇ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲਦਾ, ਪਿੰਡਾਂ ਦੇ ਵਿੱਚ ਫਿਰ ਕਿਵੇਂ ਇਹਨੂੰ ਲਿਆਤਾ ਜਾਵੇਗਾ, ਕਿਵੇਂ ਇਸ ਦੀ ਖੇਤੀ ਹੋਏਗੀ, ਕਿਵੇਂ ਇਹਨੂੰ ਫਿਰ ਤੋਂ ਉਸੇ ਤਰ੍ਹਾਂ, ਕਿਉਂਕਿ ਕੋਦਰੇ ਦੀ ਵੀ ਗੱਲ ਆਉਂਦੀ ਹੈ, ਬਾਬੇ ਨਾਨਕ ਦੀ ਗੱਲ ਆ ਜਾਂਦੀ ਹੈ, ਫਿਰ ਇਸ ਨੂੰ ਕਿਵੇਂ ਰਿਕਵਰ ਕੀਤਾ ਜਾਏਗਾ? ਕਿਉਂਕਿ ਜਿਹੜੇ ਜਰਨਲਿਸਟ ਹਨ ਉਹ ਵੱਡੇ ਸ਼ਹਿਰਾਂ 'ਚ ਹੁੰਦੇ, ਇਸ ਕਰਕੇ ਸਾਨੂੰ ਵੱਡੇ ਸ਼ਹਿਰਾਂ 'ਚ ਕਰਨਾ ਪੈਂਦਾ ਹੈ। ਅਦਰਵਾਈਜ਼ ਮਿਲਟਸ ਤਾਂ ਖੇਤਾਂ ਵਿੱਚ ਹੀ ਹੁੰਦੀਆਂ, ਤੁਹਾਨੂੰ ਕਿਸਾਨ ਵੀ ਮਿਲਾਵਾਂਗੇ ਅਸੀਂ। ਸੋ ਕਿਉਂਕਿ ਜਿਹੜਾ ਸਾਡਾ ਸੁਨੇਹਾ ਉਹ ਤੁਸੀਂ ਪਹੁੰਚਾਉਣਾ ਲੋਕਾਂ ਤੱਕ, ਇਸ ਕਰਕੇ ਸਾਨੂੰ ਇੱਥੇ ਆਉਣਾ ਪੈਂਦਾ ਤੁਹਾਡੇ ਕਰਕੇ। ਲੱਗਦਾ ਝੋਨੇ ਦੀ ਫਸਲ ਤੋਂ ਲੋਕਾਂ ਨੂੰ ਬਾਹਰ ਕੱਢਣਾ ਚਾਹੀਦਾ ਮਿਲਟਸ ਨਾਲ ਜੋੜ ਕੇ। ਹਾਂ ਬਿਲਕੁਲ ਜੀ, ਇਹ ਝੋਨੇ ਦੇ ਨਾਲ ਕੱਢਾਂਗੇ। ਜਿਵੇਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੈ, ਉਹਨਾਂ ਨੇ ਪਹਿਲਾਂ ਵੀ ਮੂੰਗੀ ਦੀ ਸਪੋਰਟ ਪ੍ਰਾਈਸ ਦਿੱਤੀ ਆ, ਇਹਦੇ ਵਾਸਤੇ ਵੀ ਸਪੋਰਟ ਕਰਾਂਗੇ। ਹੋਰ ਵੀ ਆਪਾਂ ਬਾਕੀ ਵੀ ਗੱਲਾਂ ਕਰਾਂਗੇ, ਜਿਹੜੇ ਜਿਵੇਂ ਫੁੱਲਾਂ ਦੀ ਖੇਤੀ ਵੀ ਬਹੁਤ ਲਾਹੇਵੰਦ ਹੈ। ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਫਰੂਟਸ ਵੈਜੀਟੇਬਲਸ, ਇੱਕ ਆਲਟਰਨੇਟ ਕ੍ਰੌਪ ਸਾਈਕਲ ਜਿਹੜੇ ਅਸੀਂ ਕਿਸਾਨਾਂ ਨੂੰ ਦੇਵਾਂਗੇ। ਉਹ ਕਿਸਾਨ ਇੱਕ ਟਰੈਪ ਹੈ ਉਹਦੇ ਵਿੱਚ, ਉਹ ਝੋਨਾ ਨਹੀਂ ਲਾਉਂਦੇ ਹੁੰਦੇ ਸੀ ਲੋਕ ਪੰਜਾਬ ਦੇ ਵਿੱਚ, ਉਹ ਸਰਕਾਰਾਂ ਨੇ ਲਾਇਆ ਸੀਗਾ। ਮੈਂ ਜਦੋਂ ਬਚਪਨ ਸੀਗਾ ਮੈਨੂੰ ਯਾਦ ਹੈ, ਪੰਜਾਬ ਦੇ ਲੋਕ ਚਾਵਲ ਨਹੀਂ ਖਾਂਦੇ, ਅਜੇ ਵੀ ਨਹੀਂ ਖਾਂਦੇ ਵੱਲੋਂ ਉਹ, ਕਿਉਂਕਿ ਉਸ ਵੇਲੇ ਬਹੁਤ ਜ਼ਿਆਦਾ ਅਕਾਲ ਪੈਂਦੇ ਹੁੰਦੇ ਸੀਗੇ ਤੇ ਬਹੁਤ ਜ਼ਿਆਦਾ ਕਮੀ ਸੀ ਅਨਾਜ ਦੀ, ਤੇ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਇਨਸੈਂਟੀਵਾਈਜ਼ ਕੀਤਾ। ਉਹਨਾਂ ਨੂੰ ਇਨਸੈਂਟੀਵਾਈਜ਼ ਕਰਕੇ ਮੈਨੂੰ ਯਾਦ ਹੈ ਕਿ ਉਦੋਂ ਸਾਨੂੰ ਬੀਜ ਵੀ ਫ੍ਰੀ ਮਿਲਦੇ ਸੀ, ਯੂਰੀਆ ਵੀ ਫ੍ਰੀ ਮਿਲਦਾ ਸੀ, ਔਰ ਨਵੀਆਂ ਜਦੋਂ ਬਿਜਲੀ ਆਈ ਸੀ ਤਾਂ ਮੋਟਰਾਂ ਵੀ ਸਾਡੀਆਂ ਫ੍ਰੀ ਲੱਗ ਰਹੀਆਂ ਸੀ। ਤੇ ਹੁਣ ਜਿਹੜੇ ਕਿਸਾਨ ਹੈ ਉਹਨਾਂ ਨੂੰ ਆਪਾਂ ਜੇ ਉਹਦੇ ਚੋਂ ਕੱਢਣਾ, ਆਪਾਂ ਨੂੰ ਉਹਨਾਂ ਨੂੰ ਮਿਲਟਸ ਵਾਸਤੇ, ਦਾਲਾਂ ਵਾਸਤੇ, ਆਇਲ ਸੀਡਸ ਵਾਸਤੇ, ਜਾਂ ਫਰੂਟਸ ਔਰ ਵੈਜੀਟੇਬਲਸ ਵਾਸਤੇ ਉਹਨਾਂ ਨੂੰ ਇਨਸੈਂਟੀਵਾਈਜ਼ ਕਰਨਾ ਪਏਗਾ, ਉਹਨਾਂ ਦੀ ਵੀ ਸਪੋਰਟ ਪ੍ਰਾਈਸ ਦੇਣੀ ਪਏਗੀ। ਹੋਰ ਮਤਲਬ ਹੋਰ ਵੀ ਬੜੇ ਤਰੀਕੇ ਹੁੰਦੇ ਇਨਸੈਂਟੀਵਾਈਜ਼ ਕਰਨ ਦੇ। सर एक एम्बुलेंस देता हालांकि सर 3 दिन से हड़ताल पे है सर, और मरीजों को ई रिक्शा में लेकर जाने के लिए मजबूर है सर। ਬੜੀ ਅਨਫੋਰਚੂਨੇਟ ਗੱਲ ਹੈ ਜੀ, ਜਦੋਂ ਉਹਨਾਂ ਨੇ ਸਟ੍ਰਾਈਕ ਕੀਤੀ ਹੈ, ਮਤਲਬ ਅੱਜ ਮੇਰਾ ਖਿਆਲ ਉਹਨਾਂ ਦਾ 5ਵਾਂ ਦਿਨ ਹੈ, ਮੈਂ ਇਮੀਡੀਏਟਲੀ ਉਹਨਾਂ ਨੂੰ ਮੈਸੇਜ ਭੇਜਿਆ ਕਿ ਤੁਸੀਂ ਆ ਕੇ ਮੈਨੂੰ ਗੱਲ ਕਰ ਲਓ। ਦੇਖੋ ਇੱਕ ਨਾ ਬੜੇ ਇਰਰਿਸਪੌਂਸਿਬਲ ਬਿਹੇਵੀਅਰ ਹੈ, ਇਹ ਇੱਕ ਐਮਰਜੈਂਸੀ ਸਰਵਿਸ ਹੈ। ਉਹ ਮੇਰੇ ਕੋਲ ਆਏ, ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ, ਮੈਂ ਹੈਲਥ ਮਿਨਿਸਟਰ ਬਣਿਆ, ਤੁਸੀਂ ਮੈਨੂੰ ਕੋਈ ਨੋਟਿਸ ਦਿੱਤਾ, ਕੋਈ ਮੈਨੂੰ ਤੁਸੀਂ ਕੋਈ ਰਿਪਰੈਜ਼ੈਂਟੇਸ਼ਨ ਦਿੱਤੀ ਹੈ? ਕਹਿੰਦੇ ਨਹੀਂ ਜੀ। ਮੈਂ ਕਿਹਾ ਇੱਕ ਕੋਈ ਕਾਇਦਾ ਕਾਨੂੰਨ ਵੀ ਹੁੰਦਾ। ਪਹਿਲੀ ਗੱਲ ਤਾਂ ਹੈ ਵੀ ਮੈਂ ਡਾਕਟਰ ਹੈਗਾ, ਮੈਂ 40 ਸਾਲ 'ਚ ਅਸੀਂ ਬੜੀਆਂ ਸਟ੍ਰਾਈਕਾਂ ਕੀਤੀਆਂ, ਹੁਣ ਅਸੀਂ ਐਮਰਜੈਂਸੀ ਸਰਵਿਸ ਕਦੇ ਪੈਰਾਲਾਈਜ਼ ਨਹੀਂ ਕੀਤੀਆਂ। ਇੱਕ ਤਾਂ ਇਹ ਐਮਰਜੈਂਸੀ ਸਰਵਿਸ ਹੈ। ਦੂਜੀ ਗੱਲ ਹੈ ਕਿ ਤੁਸੀਂ ਸਾਨੂੰ ਕੋਈ ਨੋਟਿਸ ਨਹੀਂ ਦਿੱਤਾ, ਕੋਈ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ, ਤੇ ਸਿੱਧਾ ਤੁਸੀਂ ਜਾ ਕੇ ਉੱਥੇ ਹਾਈਵੇ ਤੇ ਬਹਿ ਗਏ। ਇਹ ਬਿਲਕੁਲ ਗਲਤ ਗੱਲ ਹੈ, ਇਰਰਿਸਪੌਂਸਿਬਲ ਬਿਹੇਵੀਅਰ ਹੈ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਮਸਲਾ ਹੁੰਦਾ ਨਹੀਂ ਹੈ। 2011 ਦੇ ਵਿੱਚ ਉਹਨਾਂ ਨੇ ਆਊਟਸੋਰਸਿੰਗ ਲਿਆ, ਉਹ ਸਰਕਾਰ ਦੇ EMPLOYEE ਨਹੀਂ ਹੈ। ਜਿੱਦਾਂ ਉਹ ਕਹਿੰਦੇ ਸਾਨੂੰ ਪੱਕੇ ਕਰ ਦਿਓ, ਔਰ ਉਹਦੇ ਵਿੱਚ ਆਪਣੇ ਤੁਸੀਂ ਸਾਨੂੰ ਕੋਈ ਹੋਰ ਸਾਨੂੰ ਇਮੀਡੀਏਟਲੀ ਸਾਡੀ ਤਨਖਾਹ ਵਧਾ ਦਿਓ, ਮੈਂ ਨਹੀਂ ਕਰ ਸਕਦਾ ਕਿਉਂਕਿ ਮੇਰੇ EMPLOYEE ਨਹੀਂ ਆ, ਮੈਂ ਕਿੱਦਾਂ ਵਧਾ ਦਾਂਗਾ ਉਹਨਾਂ ਦੀ। ਹੋਰ ਆਊਟਸੋਰਸਿੰਗ ਦੇ ਬਹੁਤ ਹੈਗੇ ਜਿਹੜੇ, ਇਹ ਪਿਛਲੀਆਂ ਸਰਕਾਰਾਂ ਦੀ ਖਰਾਬੀ ਕੀਤੀ ਹੋਈ ਹੈ। ਸੋ ਮੈਂ ਉਹਨਾਂ ਨੂੰ ਬੇਨਤੀ ਕੀਤੀ। ਹਾਂਜੀ ਦੱਸੋ सर। उनकी मांग है कि वो कंपनी के साथ टेंडर है तो रद्द किया जाए, वो मुख्यमंत्री से मीटिंग कराई जाए, ਕੰਪਨੀ ਨੂੰ ਬਲੈਕਲਿਸਟ ਕੀਤਾ ਜਾਵੇ ਜਿਹੜੀ ਦੇਖੋ ਜਿਹੜੀ ਆਪਣੀ ਤੁਹਾਡੀ ਯੂਸਲੀ ਚੱਲਦੀ ਹੈ ਨਾ ਜੀ, ਇਹਦੇ ਜਿਹੜੀ ਪਿਛਲੀ ਸਰਕਾਰ ਸੀ ਉਹਨਾਂ ਨੇ ਦਸੰਬਰ ਦੇ ਵਿੱਚ ਉਹਨਾਂ ਨੇ ਮਤਲਬ ਇੱਕ ਆਰਬਿਟਰਰੀ ਤਰੀਕੇ ਨਾਲ ਉਹਨਾਂ ਦਾ ਕੰਟਰੈਕਟ ਕੈਂਸਲ ਕਰਤਾ। ਉਹਦੇ ਨਤੀਜੇ ਹੁਣ ਅਸੀਂ ਭੁਗਤ ਰਹੇ ਹਾਂ ਅਜੇ ਤੱਕ। ਜਿਹੜੇ ਪ੍ਰਾਈਵੇਟ ਨਰਸਿੰਗ ਹੋਮ ਉਹਨਾਂ ਦੇ ਵੀ ਕਰੋੜਾਂ ਰੁਪਏ ਦੇਣੇ ਸੀ ਅਸੀਂ, ਸਾਡੀਆਂ ਸਾਰੀਆਂ ਸਰਵਿਸਿਜ਼, ਤੁਹਾਨੂੰ ਯਾਦ ਹੋਏਗਾ ਈਵਨ PGI ਨੇ, ਸੈਕਟਰ 32 ਨੇ, ਏਮਸ ਨੇ, ਸਾਰਿਆਂ ਨੇ ਸਾਡੇ ਪੇਸ਼ੈਂਟ ਲੈਣੇ ਬੰਦ ਕਰਤੇ ਸੀ। ਅਸੀਂ ਉਹ ਯੂਨੀਵਰਸਲ ਦੇਣਾ ਚਾਹੁੰਦੇ ਹਾਂ। ਜੇ ਮੈਂ ਉਹਨਾਂ ਨੂੰ ਮੈਂ ਪ੍ਰੋਮਿਸ ਕੀਤਾ ਸੀਗਾ ਕਿ ਤੁਸੀਂ ਮੇਰਾ ਕਹਿਣਾ ਮੰਨੋ, ਤੁਸੀਂ ਆਪਣੀਆਂ ਸਰਵਿਸਿਜ਼ ਰੀਸਟੋਰ ਕਰ ਦਿਓ। ਮੈਂ ਮੁੱਖ ਮੰਤਰੀ ਨਾਲ ਸਲਾਹ ਕਰਕੇ ਮੈਨੂੰ ਇੱਕ ਸਿਸਟਮ ਅਡਾਪਟ ਕਰਨਾ ਪਏਗਾ, ਜਿਵੇਂ ਉਹਦਾ ਕੰਟਰੈਕਟ ਕੈਂਸਲ ਕਰਨਾ। ਮੈਨੂੰ ਦੇਖਣਾ ਪਏਗਾ ਉਹਦੀਆਂ ਡੈਫੀਸ਼ੀਐਂਸੀਜ਼ ਕੀ ਆ, ਮੈਂ ਉਸ ਸਿਸਟਮ ਦੇ ਵਿੱਚ ਉਹਨਾਂ ਨੂੰ ਇਨਸੈਂਟੀਵਾਈਜ਼ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਮੈਂ ਉਹਨਾਂ ਨੂੰ ਕੋਈ ਨਾ ਕੋਈ ਰਿਲੀਫ ਦੇ ਦਾਂ। ਉਹਨਾਂ ਦੀਆਂ ਬਹੁਤ ਸਾਰੀਆਂ ਡਿਮਾਂਡਸ ਸੀਗੀਆਂ, ਮੈਂ 3-4 ਡਿਮਾਂਡਸ ਉਹਨਾਂ ਨੂੰ ਮੈਂ ਕਿਹਾ ਸੀ ਮੈਂ ਤੁਹਾਡੀਆਂ ਮੰਨ ਲਾਂਗਾ, ਇਮੀਡੀਏਟਲੀ ਮੰਨ ਲਾਂਗਾ। ਮੈਂ ਹੁਣ ਵੀ ਤੁਹਾਡੇ ਥਰੂ ਉਹਨਾਂ ਨੂੰ ਬੇਨਤੀ ਕਰਦਾ। ਉਹਨਾਂ ਨੂੰ ਮੈਂ ਇਹ ਵੀ ਮਤਲਬ ਉਹਨਾਂ ਨੂੰ ਗਵਰਨਮੈਂਟ ਨੇ, ਮਾਨ ਸਾਹਿਬ ਨੇ ਸਾਡੀ ਕਮੇਟੀ ਬਣਾਤੀ ਇੱਕ 4 ਕੈਬਨਿਟ ਮੈਂਬਰਸ ਦੀ, ਔਰ ਜਿਹੜੀ ਕੈਬਨਿਟ ਸਬ ਕਮੇਟੀ ਆ ਉਹਨਾਂ ਨੂੰ ਸੁਣੇਗੀ, ਉਹਨਾਂ ਦੀ ਗੱਲ ਤੇ ਵਿਚਾਰ ਕਰੇਗੀ ਔਰ ਉਹਨਾਂ ਦੇ ਉਸ ਮਸਲੇ ਦਾ ਹੱਲ ਕਰਾਂਗੇ। ਔਰ ਮੈਂ ਤੁਹਾਡੇ ਨਾਲ ਗੱਲ ਹੋਰ ਸਾਂਝੀ ਕਰਨੀ ਚਾਹੁੰਦਾ, ਮੈਂ ਉਹਨਾਂ ਵੀ ਦੱਸਣਾ ਚਾਹੁੰਦਾ ਕਿ ਅਸੀਂ ਬਹੁਤ ਜਲਦੀ ਆਉਣ ਵਾਲੇ 1-2 ਮਹੀਨੇ ਦੇ ਵਿੱਚ ਅਸੀਂ ਜਿੰਨੀਆਂ ਵੀ ਸਾਡੇ ਕੋਲੇ ਨੈਸ਼ਨਲ ਹਾਈਵੇ ਤੇ ਸਾਡੇ ਜਿੰਨੇ ਵੀ ਟੋਲ ਲੱਗੇ ਹੋਏ ਉਹਨਾਂ ਦੀਆਂ ਐਂਬੂਲੈਂਸਸ, ਨਰਸਿੰਗ ਹੋਮ ਦੀਆਂ ਐਂਬੂਲੈਂਸਸ, ਔਰ ਜਿਹੜੀਆਂ ਸਾਡੇ NGOs ਦੀ ਐਂਬੂਲੈਂਸ ਹੈਗੀਆਂ, ਔਰ ਪਲੱਸ ਜਿਹੜੀਆਂ ਗਵਰਨਮੈਂਟ ਦੀ ਐਂਬੂਲੈਂਸ ਹੈਗੀਆਂ, ਉਹਨਾਂ ਦਾ ਕਾਮਨ ਪੂਲ ਬਣਾ ਕੇ ਉਹਦਾ ਇੱਕ ਮੈਨੇਜਮੈਂਟ ਸਿਸਟਮ ਅਸੀਂ ਬਣਾ ਦਾਂਗੇ, ਜਿਹਦੇ ਨਾਲ ਜਿਹੜਾ ਆਪਣਾ ਕਾਲ ਸੈਂਟਰ ਟਾਈਪ ਬਣਿਆ ਹੋਏਗਾ, GPS ਇਨੇਬਲਡ ਹੋਏਗਾ। ਔਰ ਮੈਂ ਲੋਕਾਂ ਨੂੰ ਵੀ ਅਸ਼ੋਰ ਕਰਦਾ ਕਿ ਜਿਹੜੀਆਂ ਤੁਹਾਡੀ ਐਂਬੂਲੈਂਸ ਹੈ ਤੁਹਾਡੇ ਘਰੇ ਪਹੁੰਚਿਆ ਕਰੇਗੀ। ਜਿਹੜਾ ਫਸਟ 골ਡਨ ਆਰ ਹੁੰਦਾ ਉਹਦੇ ਵਿੱਚ ਸਾਰਿਆਂ ਨੂੰ ਜਿਹੜੀ ਮੈਡੀਕਲ ਏਡ ਮਿਲਿਆ ਕਰੇਗੀ।
ਔਰ ਅਸੀਂ ਪੇਸ਼ੈਂਟ ਨੂੰ ਫ੍ਰੀ ਲੈ ਕੇ ਆਇਆ ਕਰਾਂਗੇ ਘਰੋਂ ਉਹਦਾ ਫ੍ਰੀ ਇਲਾਜ ਕਰਕੇ ਉਹਨੂੰ ਘਰੇ ਛੱਡ ਕੇ ਆਇਆ ਕਰਾਂਗੇ। ਇਹੋ ਜਿਹੀਆਂ ਸਰਵਿਸ ਸਾਡੇ ਮੁੱਖ ਮੰਤਰੀ ਸਾਹਿਬ ਦੇਣਾ। The lamp becomes a form of fire or stage. In Sanskrit, the lamp burns, not to be the light itself, but merely as a message to remind all who are present of peace and positive brightness. That is the present. Nutrition games are the key features of today's Mela. It also provides a platform for various stakeholders, including the government, food businesses, consumer organizations, and professional bodies, to showcase their domain in this field. In addition to this, सिस्टम को इन प्लेस करना है, हमारी बायोडाइवर्सिटी को प्रिजर्व करना है, फूड सिक्योरिटी बनानी है, फॉडर सिक्योरिटी रखनी है, तो उसके लिए मिलेट्स इज द आंसर। सर सिख फौजियों की बात करें, हेलमेट की बात की जा रही है उनके लिए, तो आपको क्या लगता है क्यों कंपलसरी होना चाहिए? क्योंकि हमारे पास ऑलरेडी दस्तार है। मैंने तो ये नहीं कहा कि कंपलसरी होना चाहिए। नहीं, मैं पूछ रहा हूँ क्यों सरकार क्यों लगाना चाह रही है? ये डिबेट का इशू है, तो हमें देखना चाहिए कि दुनिया में जो सबसे बड़ी जो युद्ध जंग हैं वो सिखों ने उसी दस्तार के साथ जीती है, और उन जंगों के मतलब बराबर का कोई भी हमें उदाहरण नहीं मिलता। तो इस बात को ध्यान में रखना चाहिए, जो भी नई पॉलिसी बने वो जरा देख लें। ये हमारी पहचान है, ये हमारा जज्बा है, इससे हमें अपनी बहादुरी, हमारी पुरानी जो शौर्य की गाथा है वो सामने आ जाती है हमारे। सर जो पगड़ी है ये उसका तो कोई और ऑल्टरनेटिव है नहीं। सर एक लास्ट क्वेश्चन है जी, ये जो अभी संसद का होने जा रहा है, फिर होएगा इजलास होने जाएगा, तो जहाँ जो धरने प्रदर्शन लग रहे हैं जगह जगह पर, सरकार नौकरियां दे भी रही है, इसके बावजूद भी धरने प्रदर्शन बहुत चल रहे हैं, तो इसको कैसे हैंडल अप किया जाएगा? देखो, स्पीकर सबका होता है, वो ना तो मैं सरकार का कोई पॉइंट ऑफ व्यू दे सकता हूँ, ना अपोजिशन का दे सकता हूँ, लेकिन हाँ मैं एक बात ये कहना चाहता हूँ, हमें अपने इंस्टीट्यूशंस को इंडिपेंडेंट रखना चाहिए, हमें अपने इंस्टीट्यूशंस को फंक्शनिंग रखना चाहिए। जैसे दिल्ली में एक चुनी हुई सरकार की फंक्शनिंग में रोज रोड़ा अटकाया जा रहा है, वो बहुत दुर्भाग्यपूर्ण है, वो संविधान का भी अपमान है, वो ऑनरेबल सुप्रीम कोर्ट का भी अपमान है। देखो, मोटा अनाज साडा मूल खुराक है, साडी मुੱਢਲੀ खुराक, साडी नैचुरल, साडी कुदरती खुराक मोटे अनाज सी, साडी कंगणी, कोदरा, बाजरा, ਇਹ ਸਾਡੀ खुराक सी, ਤੇ ਉਸ ਸਮੇਂ ਸਾਡੀ ਸਿਹਤ ਦੇ, ਸਾਡੇ ਵਾਤਾਵਰਣ ਦੇ ਦਾ ਚਰਚੇ ਦੁਨੀਆ ਦੇ ਵਿੱਚ ਹੁੰਦੇ ਸੀ। ਪਤਾ ਨਹੀਂ ਕਿਉਂ ਅਸੀਂ ਕਣਕ ਤੇ ਝੋਨੇ ਦੇ ਵਿੱਚ ਫਸ ਗਏ ਹਾਂ, ਜਿਹੜਾ ਕਿ ਸਾਡਾ ਖਾਣਾ ਹੀ ਨਹੀਂ ਹੈ। ਸੋ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਜਿਨ੍ਹਾਂ ਨੂੰ ਅਸੀਂ ਲਾਈਫ ਸਟਾਈਲ ਡਿਜ਼ੀਜ਼ ਕਹਿੰਦੇ, ਉਹ ਵੀ ਅਸੀਂ ਲੈਂਦੀਆਂ ਆਪਦੇ ਵਿੱਚ। ਸੋ ਇਹਨਾਂ ਤੋਂ ਛੁਟਕਾਰਾ ਪਾਉਣ ਦੇ ਲਈ, ਸਾਡਾ ਸਸਟੇਨੇਬਲ ਜਿਹੜੀ ਡਿਵੈਲਪਮੈਂਟ ਹੈ ਉਹਨੂੰ ਲੈ ਕੇ ਆਉਣ ਦੇ ਲਈ, ਸਾਡੀ ਬਾਇਓਡਾਇਵਰਸਿਟੀ ਨੂੰ ਪ੍ਰੋਟੈਕਟ ਕਰਨ ਦੇ ਲਈ, ਸਾਡੀ ਫੂਡ ਸਿਕਿਉਰਿਟੀ ਨੂੰ ਪ੍ਰੋਟੈਕਟ ਕਰਨ ਦੇ ਲਈ, ਸਾਡੀ ਫॉडर ਸਿਕਿਉਰਿਟੀ ਨੂੰ ਪ੍ਰੋਟੈਕਟ ਕਰਨ ਲਈ, ਸਾਡੀ ਇਨਵਾਇਰਨਮੈਂਟਲ ਸਿਕਿਉਰਿਟੀ ਨੂੰ ਪ੍ਰੋਟੈਕਟ ਕਰਨ ਲਈ ਸਾਨੂੰ ਇਹਨਾਂ ਮੋਟੇ ਅਨਾਜਾਂ ਤੇ ਆਉਣਾ ਪਏਗਾ। ਸਰ, ਇਸ ਦੇ ਵਿੱਚ ਅਗਰ ਗੱਲ ਕੀਤੀ ਜਾਵੇ, ਇੱਕ ਆਮ ਬੰਦਾ ਕਿਵੇਂ ਇਸ ਨੂੰ ਖਰੀਦ ਪਾਏਗਾ? ਕਿਉਂਕਿ ਅਗਰ ਅਨਾਜ ਦਾ ਰੇਟ ਦੇਖਿਆ ਜਾਵੇ, ਅਗਰ ਜੇ ਪਿੰਡ ਦੇ ਵਿੱਚ ਉੱਗ ਰਿਹਾ ਤਾਂ ਸ਼ਹਿਰ ਦੇ ਵਿੱਚ ਪਹੁੰਚ ਰਿਹਾ ਤਾਂ ਰੇਟ ਬਹੁਤ ਜ਼ਿਆਦਾ ਹੈ, ਤਾਂ ਇਸ ਨੂੰ ਕਿਵੇਂ ਫਿਰ ਇੱਕ ਬੰਦਾ ਆਮ ਬੰਦਾ ਖਰੀਦ ਸਕੇਗਾ? ਦੇਖੋ, ਇਹ ਸਾਰਾ ਕੰਮ ਸਰਕਾਰ ਨੇ ਕਰਨਾ ਹੁੰਦਾ, ਅਫੋਰਡੇਬਲ ਬਣੇ, ਸਹੀ ਉਹਦਾ ਜਿਹੜਾ ਮੁੱਲ ਮਿਲੇ। ਤੇ ਹੁਣ ਅਸੀਂ ਅਫਰੀਕਾ ਤੋਂ ਇੰਪੋਰਟ ਕਰਨੇ ਦਾਲਾਂ, ਮਤਲਬ ਉਸ ਚੀਜ਼ ਨੂੰ ਸਾਨੂੰ ਦੇਖਣਾ ਪਊਗਾ ਨਾ। ਸੋ ਇਸੇ ਕਰਕੇ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਆ ਉਹ ਇੰਪੋਰਟੈਂਟ ਨੇ। ਸਰ, ਵਿਜੀਲੈਂਸ ਦੇ ਵੱਲੋਂ ਲਗਾਤਾਰ ਜਿਹੜੇ ਪੰਜਾਬ ਦੇ ਕਾਂਗਰਸ ਲੀਡਰ ਸੀਗੇ ਸਰਕਾਰ ਦੇ ਵਿੱਚ, ਉਹਨਾਂ ਦੀ ਜਾਂਚ ਦੇ ਘੇਰੇ ਦੇ ਵਿੱਚ ਲਿਆਂਦਾ ਜਾ ਰਿਹਾ, ਤੁਹਾਨੂੰ ਲੱਗਦਾ ਕਿ ਜੋ ਜਿਹੜੇ ਪਹਿਲਾਂ ਆਏ ਸੀ ਉਹਨਾਂ ਤੋਂ ਕੁਝ ਮਿਲ ਚੁੱਕਿਆ, ਜਾਂ ਇਹ ਠੀਕ ਚੀਜ਼ ਹੈਗੀ ਆ ਕਿ ਜਿਨ੍ਹਾਂ ਨੇ ਕਪੜੇ ਕੀਤੇ ਉਹਨਾਂ ਨੂੰ ਇਸ ਦੇ ਸਾਹਮਣਾ ਕਰਨਾ ਹੀ ਪਊਗਾ ਇਸ ਤਰੀਕੇ ਨਾਲ? ਦੇਖੋ, ਫਿਰ ਮੈਂ ਬਤੌਰ ਸਪੀਕਰ ਕਿਸੇ ਖਾਸ ਡਿਪਾਰਟਮੈਂਟ ਦੇ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ, ਲੇਕਿਨ ਜੇ ਕੋਈ ਡਿਪਾਰਟਮੈਂਟ ਆਪਦਾ ਕੰਮ ਕਰ ਰਿਹਾ ਤੇ ਫਿਰ ਉਹਨੂੰ ਕੰਮ ਕਰ ਲੈਣਾ ਚਾਹੀਦਾ। ਜੇ ਮੈਂ ਇਮਾਨਦਾਰ ਹਾਂ ਫਿਰ ਮੈਨੂੰ ਕੋਈ ਡਰ ਹੀ ਨਹੀਂ ਹੈ। ਸੰਧਾ ਸਾਹਿਬ, ਲਗਾਤਾਰ ਬੇਅਦਬੀ ਇਨਸਾਫ ਮੋਰਚਾ ਤੁਸੀਂ ਵੀ ਸ਼ਿਰਕਤ ਕਰਦੇ ਰਹੇ ਹੋ, ਤੁਸੀਂ ਕਹਿ ਕੇ ਵੀ ਆਏ ਸੀ, ਤਾਂ ਮੋਰਚਾ ਚੰਡੀਗੜ੍ਹ ਦੇ ਅੰਬਰੂਹਾਂ ਤੇ ਲੱਗਿਆ ਹੋਇਆ, ਤੁਸੀਂ ਕਿਵੇਂ ਦੇਖਦੇ ਹੋ ਲਗਾਤਾਰ ਇਨਸਾਫ? ਹੁਣ ਪੰਥਕ ਮੁੱਦਾ, ਕੌਮੀ ਇਨਸਾਫ ਮੋਰਚਾ ਲੱਗ ਚੁੱਕਿਆ,
ਸ਼ਿਰਕਤ ਕਰੋਗੇ ਜਾਂ ਫਿਰ ਕੀ ਲੱਗਦਾ ਸਰਕਾਰ ਵੱਲੋਂ ਬਤੌਰ ਸਪੀਕਰ ਤੋਂ ਇਲਾਵਾ ਸਿੱਖ ਦੇ ਹੋਣ ਦੇ ਨਾਤੇ ਕਿਵੇਂ ਦਾ ਇਸ ਤੇ ਫੈਸਲਾ ਲਿਆ ਜਾਏਗਾ? ਦੇਖੋ ਇਸ ਇਸ਼ੂ ਤੇ ਗੱਲਾਂ ਬਹੁਤ ਹੋ ਗਈਆਂ, ਹੁਣ ਐਕਸ਼ਨ ਦੀ ਵੇਟ ਹੈ। ਐਕਸ਼ਨ ਦੇਖੋ ਕਦੋਂ ਹੁੰਦਾ, ਜਲਦੀ ਹੋਏਗਾ। दिखना तो बन रहा है ना मैम, अभी इनकम्प्लीट चाहिए हमारा, और सामान आ रहा है। I'm assistant professor in physiology from Dr. B.R. Ambedkar Medical College in Mohali. So as you can see, we are actually in a millet mela, and this is all our students along with staff, along with our helping staff. So we have put up a small stall over here, which includes the display of certain like small like millets. क्या बताना चाहते हैं इसमें हिंदी में? बताना ये चाह रहे हैं कि मिलेट्स कौन से हैं और उनमें से हम क्या क्या बना सकते हैं। तो जैसे हमने यहाँ पर एक सैलेड बनाया है, रागी का सैलेड बनाया है हमने। फिर हमने यहाँ पे एक सावा के चावल होते हैं जिसको बार्नयार्ड मिलेट बोलते हैं, उसका हमने एक पुलाव बनाया है। ये रागी का पॉरेज बनाया है। उठाना है? हाँ जी, हाँ क्या बोलिए, क्या है इसमें? ये रागी का पॉरेज है। ये कॉम्प्लीमेंट्री फीडिंग के लिए भी यूज हो सकते हैं। क्या क्या है इसमें? इसमें रागी के आटे को भुना है, साथ में दूध और शक्कर डाला है, ऊपर से बनानास डाले हैं। तो ये बेसिकली आयरन रिच फूड है। इट इज़ वेरी हेल्दी फॉर प्रेग्नेंट एंड लैक्टेटिंग मदर्स एज वेल एज फॉर इन्फेंट्स। ये क्या मैम? ये तो लहसुन की चटनी है। हमने यहाँ पे डाइट काउंसलिंग भी रखी है, और हमारा बेसिक यहाँ पे अपैरेटस है जिससे हम ब्लड प्रेशर, वेट और हीमोग्लोबिन, ऐसे हम सारा कुछ जो भी पेशेंट्स आते हैं हम उनको देख के हम उनकी काउंसलिंग भी करते क्या दिखाया गया मैम? आयुर्वेदिक सेल्फी पॉइंट। क्या नाम आपका? डॉक्टर मनीला। कहाँ से आए हैं आप? हम डिस्ट्रिक्ट मोहाली से। क्या बताना चाहते हैं इसमें? हमने ये सेल्फी पॉइंट बनाया है। इसके ऊपर हमने पूरे आयुर्वेदिक पॉइंट ऑफ व्यू से बिल लगाया, आंवले लगाए हैं, अनार, ये गिलोय लगाई है, एलोवेरा है, बहेड़ा है, इलायची पत्र है, सोया, नींबू, अमरूद, धनिया, जो भी मतलब डेली यूज के जो चीजें हैं। इससे लोगों को क्या फायदा हो सकता है आज के जीवन में? आजकल के मतलब अगर हम हर्ब्स को एज ए, जैसे आंवला है, आंवले चाय पीते हैं, लोगों को चाय पीने का बहुत शौक है। अगर हम आंवले की चाय पीते हैं, ये इम्यूनिटी बूस्टर का काम करते हैं। इट्स ये बनती कैसे? बनती है, आंवले को क्रश करके पानी में उबाल लो, थोड़ा सा जिंजर, अदरक का पाउडर, अदरक डाल लो, उसको पका लो। जैसे 1 कप पानी डाला, जब पौना कप रह जाए तो छानना नहीं है हमने, ऐसे ही डाल लेना है, और उसमें थोड़ा सा शहद ऐड कर लो तो बाद में। तो फिर इसको पीने से आपका जो डाइजेस्टिव सिस्टम है खराब होता है, इम्यूनिटी कम हो रही है जैसे लोगों की आजकल, तो इम्यूनिटी को बूस्ट करता है। चाय पत्ती का यूज नहीं करना? नहीं बिल्कुल ना, चाय पत्ती की तरह हो जाएगा। ऑर्गेनिक टी जैसे है उसके हम फ्रेश फ्रूट्स का जो है इसमें इसलिए डिस्प्ले किया है कि अपने जीवन में जो हमारे पास जो जंक फूड को दूर करके ये फ्रेश फ्रूट्स और वेजिटेबल्स को हम यूज मतलब जैसे पहले हम जिंदगी जी रहे थे वैसे ही नेचर। हाँ जी बताइए। सर हमने इसमें जैसे ये मोरिंगा की फली भी लगाई है, स्पेशल जो ड्रम स्टिक बोलते हैं, शिगरू के नाम से आती हैं। इसका क्या फायदा मैम? इसका जैसे पेन्स है आजकल, एंटीऑक्सीडेंट है। मोरिंगा जो है बहुत अच्छा, मतलब आजकल तो वर्ल्ड वाइड चल रहा है मोरिंगा का सुपर फूड। इसको पाउडर बना के ड्राई करके पूरी इंटरनेशनल मार्केट में चल रहा है। तो हम अपनी संस्कृति को भूल रहे हैं, हमारे पास तो फ्रेश अवेलेबल है, तो हमें तो फ्रेश ही यूज करना चाहिए। इसकी फली की सब्जी भी बनती है, अचार
भी डलता है। तो फिर इन्हें हमें अपनी किचन में आम जो है खाने में डाइट में यूज़ करने चाहिए, क्योंकि इनसे ही हमारा जो इम्यून सिस्टम बनना है, नेचुरली जो हम प्रोडक्ट्स लेते हैं जो भी फ्रेश हैं, चाहे फ्रूट्स हैं चाहे ये फलियां हैं, उनसे ही हमारा जो बॉडी का हेल्थ है। लगे हुए हैं यहाँ मोरिंगा के 10-10 ट्रीज इसकी चटनी भी बन जाती है, जैसे अब मेथी को डालते हैं हम रोटी में, तो इसके मोरिंगा के लीव्स को भी रोटी में डाल क्रश करके या ऐसे ही काट के भी डाल सकते हैं हम। इसकी फली की सब्जी बना लो। अमलतास ਜਿਹੜਾ पेट ਦੀ सफाई वास्ते सरन एक्टिविटी है जो कर्म है फलियां ना जी बच्चे जिवें छोटे बच्चे ਉਹਦੇ ਵਾਸਤੇ ਵੀ ਸੇਫ ਹੈ। ਆਪਣੇ ਬੱਚੇ ਦੀ ਹੱਥ ਦੀ ਮੁੱਠੀ ਜਿੰਨਾ ਲੈ ਕੇ ਇਸ ਨੂੰ ਅਸੀਂ ਯੂਜ਼ ਕਰਦੇ ਹਾਂ ਮਾਤਰਾ ਅਨੁਸਾਰ, ਤੇ ਸੇਫੈਸਟ ਬੱਚਿਆਂ ਦੇ ਪੇਟ ਦਾ ਨਰਮਾਹਟ ਦੇਣ ਵਾਸਤੇ ਹੈ, ਕਿਉਂਕਿ ਅਸੀਂ ਛੋਟੇ ਬੱਚਿਆਂ 'ਚ ਕਦੀ ਵੀ ਨਾਰਮਲੀ पेट साफ करने वाली दवाइयां डायरेक्ट नहीं देना पसंद करते। ये नैचुरल है जिहड़ा कि उन्होंने क्लीयर करता है। देसी घ्यो ते शक्कर चाहिए। नहीं मैं कितना सी फोन मैं कितना सी फोन कहते मैं इतने नहीं आना, मैं 22 तरीक में जाना। 22 तरीक को अंबरसर क्या ये अंकुरित जो है जौ को पहले अंकुरित किया है और फिर इसको हवा में सुखाया है, फिर हल्की आंच में इसको बनाया है। ये कितना किलो का में रोस्ट किया। क्या नाम आपका? मेरा नाम रवि है। कहाँ से और मैं पालमपुर से आया हूँ, कांगड़ा से, हिमाचल प्रदेश से। और क्या क्या है आपके पास? हमारे पास जौ के मुरमुरे हैं और इसी से नमकीन बनाई है हमने, और एक डायबिटिक फ्रेंडली है जिसमें शक्कर नहीं है, और एक में शक्कर डाली हुई है। साथ में हमारे पास तिल और गुड़ के लड्डू हैं, और रागी का आटा है, जौ का आटा है, रेड राइस है, पहाड़ी लाल चावल है। तो इस तरह की कुछ आइटम्स हैं। पीनट बटर है जो कि स्ट्रॉन्ग। क्या नाम है आपका? दीपिका। क्या क्या बनाया आपने? सर हमारी बाजरे की रोटी, साग है और ये सैलड है। ये तो सैलड है। अच्छा। एक थाली से ये तो सैलड है, और हमारे पास बाजरे की रोटी है और दाल है। साथ में ये मिलेट्स के हमारे बिस्किट्स हैं, और सर हमारे पास कोदरे की पिंडीज हैं। सब आप खुद ही बनाते हैं? सभी खुद बनाते हैं। ये सभी सेल्फ हेल्प ग्रुप्स जो हैं उन्होंने ही मिलके अपना एक वेंचर शुरू किया है, महिला एकता फूड प्रोड्यूसर कंपनी से। हमने ब्रांड नेम दिया है बहना द फार्म। कहाँ पे मैम? विलेज खिजराबाद में है। और इससे पहले हम लोग सर जो मिलिट्री फेस्टिवल था लेक पे, हम लोगों ने वहाँ पे मक्की की रोटी सरसों का साग लगाया था। बहुत अच्छा वेंचर था, और हम लोग नबार्ड की स्पोर्ट से ही हम लोग काम कर रहे हैं। तो नबार्ड की स्पोर्ट से ही हमने वेस्टेक मॉल में हमने लगाया था। ये बिस्किट्स, ये पिन्नीस वगैरह हमने सभी वहीं से। तो ये सब बनाते कहाँ पे मैम? खिजराबाद में, विलेज में। खिजराबाद में हमारा एक रूरल मार्ट कह लीजिए, हमारा बहना द फार्म के नाम से ही है, तो वहीं पे सारा बनता है। हमारा एक यूनिट हम लोग पहले नबार्ड की सहायता से इन महिलाओं को हमने ट्रेनिंग दी है ये बिस्किट्स वगैरह बनाने की, और उसके बाद ही हम लोगों ने आगे काम शुरू किया। ये सर FSSAI लाइसेंस वगैरह हमारे पास सब कुछ है। ਜਿੰਦਰ ਸਿੰਘ ਹੈ ਤੇ ਮੈਂ ਪੰਜਾਬੀ ਕਿਸਾਨ ਹੱਟ ਸ਼੍ਰੀ ਧਾਨਿਆ ਮਿਲਟ ਸਟੋਰ ਦਾ ਓਨਰ ਹੈਗਾ ਜੀ, ਤੇ ਸਾਡੀ ਸ਼ਾਪ ਸੈਕਟਰ 78 ਦੇ ਵਿੱਚ ਬੂਥ ਮਾਰਕੀਟ ਦੇ ਵਿੱਚ ਹੈ। ਤੇ ਅਸੀਂ ਪਿਛਲੇ 4 ਸਾਲਾਂ ਤੋਂ ਮਿਲਟ ਤੇ ਕੰਮ ਕਰ ਰਹੇ ਹਾਂ, ਮਿਲਟ ਦਾ ਪ੍ਰਚਾਰ ਕਰਦੇ ਹਾਂ। ਜਿਹੜੇ ਲੋਕ ਮਿਲਟ ਨੂੰ ਪਸੰਦ ਕਰਦੇ ਆ ਉਹਨਾਂ ਨੂੰ ਕਿਸ ਤਰ੍ਹਾਂ ਖਾਣਾ ਹੈ, ਕਿਸ ਤਰ੍ਹਾਂ ਬਣਾਉਣਾ ਹੈ, ਉਹਦੀ ਅਸੀਂ ਟ੍ਰੇਨਿੰਗ ਦਿੰਦੇ ਹਾਂ। ਤੇ ਮਿਲਟ ਦੀ ਜਿਹੜੀ ਇਹਦੀ ਬਿਜਾਈ ਦੀ ਟ੍ਰੇਨਿੰਗ ਹੈ ਫਾਰਮਰਸ ਨੂੰ, ਉਹ ਵੀ ਦਿੱਤੀ ਜਾਂਦੀ ਹੈ। ਤੇ ਖੇਤੀ ਵਿਰਾਸਤ ਮਿਸ਼ਨ ਦੇ ਸਹਿਯੋਗ ਦੇ ਨਾਲ ਬਹੁਤ ਸਾਰੇ ਕਿਸਾਨ ਇਹਦੀ ਬਿਜਾਈ ਕਰਨਾ ਸ਼ੁਰੂ ਕਰ ਚੁੱਕੇ ਆ। ਤੇ ਇਹਦੇ ਨਾਲ ਕੀ ਹੈ, ਇਹਦੇ ਨਾਲ ਪਾਣੀ ਦੀ ਵੀ ਬਚਤ ਹੁੰਦੀ ਹੈ, ਤੇ এনवायरमेंट ਵਾਸਤੇ ਵੀ ਇਹ ਮਿਲਟ ਦੀ ਖੇਤੀ ਬਹੁਤ ਚੰਗੀ ਹੈ, ਕਿਉਂਕਿ ਇਹਨਾਂ 'ਚ ਕਿਸੇ ਕਿਸਮ ਦੇ ਪੈਸਟੀਸਾਈਡ ਦੀ ਵਰਤੋਂ ਨਹੀਂ ਹੁੰਦੀ, ਤੇ ਇਹ ਗਲੂਟਨ ਫ੍ਰੀ ਹੁੰਦੇ ਆ ਜੀ। ਇਹ ਹਰ ਵਰਗ ਲਈ ਸਿਹਤਮੰਦ ਅਨਾਜ ਨੇ, ਤੇ ਸਾਡੀ ਵਿਰਾਸਤ ਨੇ, ਤੇ ਸਾਨੂੰ ਸਾਰਿਆਂ ਨੂੰ ਇਹਨਾਂ ਨੂੰ ਯੂਜ਼ ਕਰਨਾ ਚਾਹੀਦਾ। ਥੈਂਕ ਯੂ।